मैनू पता लग्या कि मैनू कैंसर हैगा। फिर एकदम मतलब जिदा पैरे थल्ले जमीन नहीं निकल जाती कि मतलब एकदम अचानक है किदा हो गया। गुरु साहब ने इतनी ताकत दी, इतनी शक्ति दी मैनू कि मैं सब कुछ आराम नाल झेल पाई। मतलब ऐदा लग्या कि मेरे अंग संग हो गए सारे, जो मैं इत्थे आने तो बाद बिल्कुल ही क्लोज कर दिते ने, कुछ लिती ही नहीं है। सिर्फ मैंने एक ही मंचे धार लिता, क्यों सिर्फ मैं जो हर महीने मेरी थेरेपी चलती सी ओदी जगह ते मैं दरबार साहब हर महीने इशनान करन जाया करा। ਜਦੋਂ ਫਸਟ ਟਾਈਮ ਦਰਬਾਰ ਸਾਹਿਬ ਗਏ ਸੀਗੇ ਕੈਂਸਰ ਤੋਂ ਬਾਅਦ ਤੇ ਦਿਮਾਗ ਦੇ ਵਿੱਚ ਕੁਝ ਚੱਲ ਰਿਹਾ ਸੀ ਜਾਂ ਬਾਬਾ ਜੀ ਤੇ ਸਾਰੀਆਂ ਡੋਰਾਂ ਛੱਡਤੀਆਂ ਸੀ? बिल्कुल सारे डोर बाबा जिस दिन वो तो कैंसर का पता ही लगे सी ना, उस दिन ही मतलब मैं जाके घुटने टिका दिते बाबा जी अगे और ए बोलिया कि ਇਹ ਤੁਸੀਂ ਕੀ ਕਰ ਦਿੱਤਾ। ਦੁਬਾਰਾ ਹੋਣੇ ਦੇ ਚਾਂਸਸ ਸੀ। ਮੈਨੂੰ ਇਦਾਂ ਡਾਕਟਰ ਨੇ ਬੋਲਿਆ ਸੀ ਕਿ ਇਹ ਤੁਹਾਨੂੰ ਥੈਰੇਪੀ ਪੂਰੀ ਕਰਨੀ ਹੈ, ਲੇਕਿਨ ਮੈਂ ਉਹ 10 ਥੈਰੇਪੀ ਕਰਾ ਕੇ ਇਸ ਵਿੱਚ ਛੱਡ ਦਿੱਤੀ। ਮੇਰੇ ਹਸਬੰਡ ਨੇ, ਮੇਰੀ ਸਾਸੂ ਮਾਂ ਨੇ, ਦੇਵਰ ਦੇਵਰਾਨੀ ਹੈਗੇ, ਸਭ ਪਰਿਵਾਰ ਦੇ ਇਹੀ ਬੋਲਦੇ ਸੀ ਕਿ ਇਹ ਕੰਪਲੀਟ ਕਰ ਲਓ ਕੋਰਸ, ਇਹ ਛੱਡਿਆ ਜੇ ਨਾ ਵਿੱਚ। ਲੇਕਿਨ ਇੱਥੇ ਆने ਤੋਂ ਬਾਅਦ ਫਿਰ ਮੈਂ ਆਪਣੇ ਆਪ ਹੀ ਡਿਸੀਜਨ ਲੈ ਲਿੱਤਾ ਕਿ ਮੈਂ ਹੁਣ ਇਹ ਨਹੀਂ ਕਰਨਾ। ਬਹੁਤ ਸੋਹਣੀ ਦਸਤਾਰ ਸਜਾ ਕੇ ਤੁਸੀਂ ਤੇ ਕੰਮ ਕਰ ਰਹੇ ਹੋ। ਕਦੇ ਕਿਸੇ ਨੇ ਆ ਕੇ ਕਿਹਾ ਤਾਂ ਨਹੀਂ ਕਿ ਅੰਮ੍ਰਿਤਧਾਰੀ ਹੋ ਕੇ ਕਿਹੜੇ ਕੰਮ ਲੱਗੇ ਪਏ ਹੋ? मैडम काम करना है ਉਹਦੇ ਵਿੱਚ ਤਾਂ ਇਦਾਂ ਦਾ ਕੁਝ ਹੈ ਨਹੀਂ, और शर्म तो किसी काम ਦੀ ਹੁੰਦੀ ਹੀ नहीं है। काम तो मैं अपने मेहनत है, मेहनत करके ਅਸੀਂ कमा के खाने ਪਿਆ ना। काफी सोच विचार करके ਅਸੀਂ ਇਹ ਕੰਮ ਸਟਾਰਟ ਕੀਤਾ और ਮੈਨੂੰ पूरा सपोर्ट मेरे भरावां ਦਾ, गुरु कृपा बहुत है। सब नाल ਹੁੰਦੇ ਨੇ, परिवार ਦਾ सपोर्ट तो पूरा ही मिलता है। फिर तो एक बंदे ਦੀ ਹੋ ਜਾਂਦੇ ਨੇ ਕਿ ਹਾਂ ਵੀ ਮੈਨੂੰ पूरा सपोर्ट ਮਿਲਦਾ ਵੇ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਵੇ। ਕੈਂਸਰ ਨੂੰ ਤੁਸੀਂ ਮਤਲਬ ਕਿ ਹਰਾ ਕੇ ਹੁਣ ਨਵੀਂ ਲਾਈਫ ਦੇ ਵਿੱਚ ਜੀ ਰਹੇ ਹੋ। ਸਰੀਰ ਹਾਲੇ ਵੀ ਕਿਤੇ ਨਾ ਕਿਤੇ ਕਮਜ਼ੋਰ ਹੋਣਾ, ਪ੍ਰੋਬਲਮਸ ਤਾਂ ਨਹੀਂ ਆਉਂਦੀਆਂ? प्रॉब्लम्स होती है थोड़ी बहुत देर, कई बार बहुत वीकनेस लगती हैगी, बट ठीक है कि किरपा हैगी कि हो जाता है काम। कि अजे है छोटी पैंदी है छोटे वाली, तो एदा किकन होएगा, वो तो चलो वड्डी हो गई है, 18 साल की 19 साल की हो गई सी, तो ओदी इतनी टेंशन नहीं सी जितनी एदी सी कि यह छोटी हैगी, इनू कौन सामभेगा, एदा किदां होएगा। लाइफ मतलब स्ट्रगल वास्ते हैगी है। और अगर बाई चांस तुहानू लगता है कि आज तुहाडे उत्ते कोई प्रॉब्लम आई है तो ओदे तो सामना करना ज़्यादा अच्छा है। फायदा खास ध्यान रख रहे हो, ਅਸੀਂ ਦੇਖਿਆ प्रॉपर अंदर बिल्कुल ग्लव्स पा के काम करीदा है। और जिदा शामी तक कुछ बच जाता है तो मैं घर कभी वापस नहीं लेके जाती। वो ऐसा की करदे आंड वांड च वंड देने फ्री कॉस्ट, फ्री ऑफ कॉस्ट। सब दे उत्ते मैं तो आने बाबा जी की कृपा होई और इदा मन तो विल पावर असी रखिए तो सब कोई ना कोई सब कुछ कर ही सकते हैं असी। ਦੁਨੀਆ ਦੇ ਸਭ ਤੋਂ ਵੱਡੀ ਯੋਧਾ ਇੱਕ ਔਰਤ ਨੂੰ ਆਖਿਆ ਗਿਆ ਹੈ। ਔਰਤ ਹਰ ਇੱਕ ਮੁਸ਼ਕਲ ਚੋਂ ਲੰਘ ਕੇ ਜਿੱਤ ਜ਼ਰੂਰ ਹਾਸਲ ਕਰਦੀ ਹੈ ਤੇ ਅੱਜ ਅਸੀਂ ਤੁਹਾਡੇ ਜਿਸ ਔਰਤ ਦੇ ਨਾਲ ਮੁਲਾਕਾਤ ਕਰਵਾਵਾਂਗੇ, ਇੱਕ ਸਮੇਂ ਦੇ ਵਿੱਚ ਉਹਨਾਂ ਨੂੰ ਕੈਂਸਰ ਸੀ। ਜ਼ਿੰਦਗੀ ਇੰਨੀ ਜ਼ਿਆਦਾ ਉਥਲ-ਪੁਥਲ ਚੱਲ ਰਹੀ ਸੀ, ਪਰ ਉਹਨਾਂ ਦੇ ਵੱਲੋਂ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਹੁਣ ਆਪਣੇ ਗੁਜ਼ਾਰੇ ਦੇ ਲਈ ਇੱਥੇ ਚਾਹ ਦਾ ਜੋ ਕਿ ਕੰਮ ਕੀਤਾ ਜਾ ਰਿਹਾ। ਸਾਡੇ ਨਾਲ ਰਣਜੀਤ ਕੌਰ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਸੋ ਮੈਮ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਵਾਮ ਮੀਡੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ, ਕਿਵੇਂ ਦੀ ਰਹੀ ਜ਼ਿੰਦਗੀ? ਇੱਕ ਸਮਾਂ ਸੀ ਜਦੋਂ ਕੈਂਸਰ ਸੀਗਾ, ਕਿਵੇਂ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਏ? ਲਾਸਟ ਈਅਰ ਦੀ ਗੱਲ ਹੈਗੀ ਹੈ ਕਿ ਜੂਨ ਕੇ ਜੂਨ ਦੇ ਲਾਸਟ ਵਿੱਚ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈਗਾ। ਫਿਰ ਇੱਕਦਮ मतलब ਜਿੱਦਾਂ ਪੈਰੇ ਥੱਲੇ ਜ਼ਮੀਨ ਨਹੀਂ ਨਿਕਲ ਜਾਂਦੀ ਕਿ मतलब ਇੱਕਦਮ ਅਚਾਨਕ ਹੈ ਕਿੱਦਾਂ ਹੋ ਗਿਆ। ਫਿਰ ਥੋੜਾ ਕਰਕੇ ਧੀਰੇ ਸਟੇਬਲ ਹੋਈ, ਹਫਤਾ ਭਰ ਲੱਗਿਆ ਮੈਨੂੰ ਸਟੇਬਲ ਹੋਣ ਲੱਗਿਆ। फिर असी डॉक्टर ਨੂੰ ਕੰਸਲਟ ਕੀਤਾ, 5-6 ਡਾਕਟਰਸ ਨੂੰ ਦਿਖਾਇਆ। ਫਿਰ ਅਹਿਮਦਾਬਾਦ ਦੇ ਅਸੀਂ ਬ੍ਰੈਸਟ ਕੈਂਸਰ ਸਪੈਸ਼ਲਿਸਟ ਕੋਲ ਪਹੁੰਚੇ। ਡਾਕਟਰ ਦਾ ਨਾਮ ਕੀ ਭੁੱਲ ਗਈ ਹਾਂ ਮੈਂ। ਉਹਨਾਂ ਕੋਲ ਪਹੁੰਚੇ ਅਸੀਂ ਤਾਂ ਉਹਨਾਂ ਨੇ ਫਿਰ ਸਾਨੂੰ ਤਸੱਲੀ ਦਿੱਤੀ ਕਿ ਤੁਹਾਡਾ 3rd ਸਟੇਜ ਦਾ ਕੈਂਸਰ ਹੈਗਾ, ਲੇਕਿਨ ਬਿਲਕੁਲ ਠੀਕ ਹੋ ਜਾਏਗਾ ਬਿਨਾਂ ਬ੍ਰੈਸਟ ਰਿਮੂਵ ਕੀਤੇ ਹੋਏ। ਅੱਛਾ ਜੀ, ਤੁਹਾਡਾ ਬਿਲਕੁਲ ਠੀਕ ਹੋ ਜਾਏਗਾ। ਉਹਨਾਂ ਨੇ ਇੱਕ ਤਸੱਲੀ ਦਿੱਤੀ ਔਰ ਸਾਡੇ ਅਸੀਂ ਅੰਦਰ ਜਾ ਕੇ ਬਾਬਾ ਜੀ ਦੇ ਰੂਮ 'ਚ ਜਾ ਕੇ ਮੱਥਾ ਟੇਕਿਆ कि भई असी बाबा जी हुण तुसी बीमारी तो दे ही दी है, लेकिन इस तो बाहर निकलने की शक्ति भी दो कि इनू मैं झेल सका पूरा। तो उस तरीके नाल फिर असी बाबा जी ने पूरी शक्ति दी मैनू। फिर धीरे धीरे मेरा ट्रीटमेंट स्टार्ट होया, कीमो होए, 8 कीमो होए, फिर ऑपरेशन होया। लेकिन मैनू है ना अहमदाबाद का कुछ क्लाइमेट सूट नहीं होंदा सी। तो मैनू इदा सी स्टार्टिंग तो ही मैनू इदा सी कि मैं इस पासे कित्थे आ जावां, दरबार साहब के लागे या मुजफ्फरनगर मेरा पेका है, मैं इस पासे कित्थे सैट हो जावां। पर बाबा जी की कृपा सी कि उस वेले नहीं हो पाया। और हुण कैंसर तो बाद फिर असी एकदम अचानक अपना डिसीजन लिता कि असी हुण इत्थे नहीं रवांगे। मतलब क्लाइमेट के कारण ही मैनू प्रॉब्लम होंदी पई कि उत्थे पॉल्यूशन ज़्यादा हैगा, तो मैं इत्थे आ जावांगी तो मैं ठीक हो जावांगी। ये मेरे मन तो सी मैनू।
तो फिर ਅਸੀਂ ਹੈ ਨਾ ਡਿਸੀਜਨ ਲਿੱਤਾ ਕਿ ਅਸੀਂ ਇੱਥੇ ਆਵਾਂਗੇ। ਇੱਥੇ ਆने ਤੋਂ ਬਾਅਦ ਫਿਰ ਅਸੀਂ ਕਾफ़ी ਸੋਚ ਵਿਚਾਰ ਕੀਤਾ ਕਿ ਭਈ ਹੁਣ ਕੀ ਕੰਮ ਕਰਾਂਗੇ, ਕਿੱਦਾਂ ਆਪਣਾ ਸਰਵਾਈਵ ਕਰਨਾ ਹੈ, ਆਪਣੀ ਜ਼ਿੰਦਗੀ ਅੱਗੇ ਲਗਾਉਣੀ ਹੈ, ਕਿੱਦਾਂ ਕਰਨਾ ਹੈ। ਫਿਰ ਇੱਥੇ ਮੇਰੀ ਭੂਆ ਜੀ ਰਹਿੰਦੇ ਨੇ, ਉਹਨਾਂ ਦੇ ਬੇਟੇ ਔਰ ਭੂਆ ਜੀ ਇਹਨਾਂ ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ। ਸਭ ਨੇ ਮਿਲ ਕੇ ਮੈਨੂੰ ਇਹ ਸ਼ੌਪ ਪਾ ਕੇ ਦਿੱਤੀ ਕਿ ਤੂੰ ਮਤਲਬ ਇਸ ਵੇਲੇ ਸਭ ਤੋਂ ਜ਼ਿਆਦਾ ਨੀਡ ਹੈਗੀ ਕਿ ਬੰਦਿਆਂ ਨੂੰ ਸਾਫ ਸੁਥਰਾ ਕੰਮ ਚਾਹੀਦਾ ਹੈ। ਆਪਣਾ ਸਿੱਖ ਭਰਾ ਹੋਵੇ, ਅੰਮ੍ਰਿਤਧਾਰੀ ਹੋਵੇ ਤਾਂ ਸਾਫ ਸੁਥਰੀ ਸਾਨੂੰ ਚੀਜ਼ਾਂ ਮਿਲਣ ਖਾਣ ਪੀਣ ਵਾਸਤੇ ਨਾ। तो इस तरीके नाल इन्हों ने मैनू ये सजेस्ट किया सब ने मिल के और असी फिर काफ़ी सोच विचार करके असी ये काम स्टार्ट किया और मैनू पूरा सपोर्ट मेरे भरावां दा और गुरु कृपा बहुत है। सब तो पहला गुरु कृपा, फिर उस तो बाद मेरी बुआ और मेरे उन्होंने बेटे सब तो काफ़ी सपोर्ट और अहमदाबाद तो भी मैनू काफ़ी सपोर्ट हैगा कि मेरी पूरी फैमिली मैनू बहुत सपोर्ट करती है हर चीज़ से। मैं अपने आप को लकी मननी है कि मैनू पूरी फैमिली का सपोर्ट है, पेके घर तो भी सहुरे घर तो भी। ਬਹੁਤ ਸੋਹਣੀ ਦਸਤਾਰ ਸਜਾ ਕੇ ਤੁਸੀਂ ਇੱਥੇ ਕੰਮ ਕਰ ਰਹੇ ਹੋ। ਕਦੇ ਕਿਸੇ ਨੇ ਆ ਕੇ ਕਿਹਾ ਤਾਂ ਨਹੀਂ ਕਿ ਅੰਮ੍ਰਿਤਧਾਰੀ ਹੋ ਕੇ ਕਿਹੜੇ ਕੰਮ ਲੱਗੇ ਪਏ ਹੋ? मैडम काम करना है ਉਹਦੇ ਵਿੱਚ ਤਾਂ ਇੱਦਾਂ ਦਾ ਕੁਝ ਹੈ ਹੀ ਨਹੀਂ ਔਰ ਸ਼ਰਮ ਤਾਂ ਕਿਸੇ ਕੰਮ ਦੀ ਹੁੰਦੀ ਹੀ ਨਹੀਂ ਹੈ। ਕੰਮ ਤੋਂ ਮੈਂ ਆਪਣੇ ਮਿਹਨਤ ਹੈ, ਮਿਹਨਤ ਕਰਕੇ ਹੀ ਅਸੀਂ ਕਮਾ ਕੇ ਖਾਣੇ ਪਿਆ ਨਾ। ਤਾਂ ਉਹਦੇ ਵਿੱਚ ਮੈਨੂੰ ਕੋਈ ਸ਼ਰਮ ਫੀਲ ਨਹੀਂ ਹੁੰਦੀ ਔਰ ਮੈਨੂੰ ਤਾਂ ਬਲਕਿ ਇੱਕ ਅੱਛਾ ਲੱਗਦਾ ਹੈ ਕਿ ਹਰ ਲੇਡੀ ਨੂੰ ਕੁਛ ਨਾ ਕੁਛ ਕਰਨਾ ਹੀ ਚਾਹੀਦਾ ਹੈ। ਮੈਮ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਤੁਹਾਨੂੰ ਬ੍ਰੈਸਟ ਕੈਂਸਰ ਹੈ, ਉਸ ਵੇਲੇ ਦਿਮਾਗ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਸੀਗੀਆਂ? ਬੱਚਿਆਂ ਦਾ ਖਿਆਲ ਆਇਆ ਸੀ ਕਿ ਬੱਚੇ ਮੇਰੇ ਕਿੱਦਾਂ ਪਲਣਗੇ? ਕੀ ਸਿਚੁਏਸ਼ਨ ਸੀਗੀ ਉਸ ਟਾਈਮ ਤੇ? ਸੀਗੇ ਤੁਸੀਂ ਇੰਨੇ ਕੈਪੇਬਲ ਕਿ ਤੁਸੀਂ ਆਪਣਾ ਇਲਾਜ ਕਰਵਾ ਸਕਦੇ? एक्चुअली मतलब कैपेबल तो नहीं सी और ऐसा उस टाइम ਤੇ ਮੈਨੂੰ ਬਹੁਤ ਸਾਰੇ ਸਵਾਲ ਆਏ ਕਿ ਜਿੱਦਾਂ ਮੈਨੂੰ 3rd ਸਟੇਜ ਦਾ ਕੈਂਸਰ ਹੈ ਸ਼ਾਇਦ ਮੈਂ ਨਾ ਵੀ ਬਚਾਂ। ਬਿਲਕੁਲ ਮਤਲਬ ਕਿ 3rd ਸਟੇਜ ਕਾਫੀ ਡੇਂਜਰਸ ਹੁੰਦੀ ਹੈ। ਮੈਨੂੰ ਇਦਾਂ ਲੱਗਿਆ ਸੀ ਕਿ ਸ਼ਾਇਦ ਮੈਂ ਨਾ ਵੀ ਬਚਾਂ, ਲੇਕਿਨ ਗੁਰੂ ਸਾਹਿਬ ਨੇ ਇਤਨੀ ਤਾਕਤ ਦਿੱਤੀ, ਇਤਨੀ ਸ਼ਕਤੀ ਦਿੱਤੀ ਮੈਨੂੰ ਕਿ ਮੈਂ ਸਭ ਕੁਝ ਆਰਾਮ ਨਾਲ ਝੇਲ ਪਾਈ। ਮਤਲਬ ਇਦਾਂ ਲੱਗਿਆ ਕਿ ਉਹ ਮੇਰੇ ਅੰਗ ਸੰਗ ਹੋ ਕੇ ਸ਼ਾਇਦ ਮਤਲਬ ਨਾਲ ਹੀ ਹੈਗੇ ਨੇ ਮੇਰੇ ਜੀ। तो बस और परिवार का सपोर्ट सब तो वड्डा, मम्मी है, देवर देवरानी है, सब ने इतनी सेवा की कि मैनू किसी पासों कोई तंगी आई ही नहीं। मतलब मेरे बच्चे भी सब संभी गए, नाल ही उन्होंने दे रहे हैं। असी पूरी फैमिली असी इकट्ठी हो गई सी उस वेले। तो फिर जब सब नाल होंदे ने परिवार का सपोर्ट तो पूरा ही मिलता है। फिर तो एक बंदे दी हो जाती है ना कि हाँ भी मैनू पूरा सपोर्ट मिलता पे तो मैनू बहुत अच्छा लगता पे जी। तो मैम हुण सेहत दसो किवें आ ते हुण इलाज चल रहा? तदिया है मेरा HER2 पॉजिटिव सी जिहदी 17 साइकिल चलनी सी, 10 साइकिल मैं अहमदाबाद तो लैके आई सी, 7 साइकिल मेरी अजे रह गई सी जो मैं इत्थे आने तो बाद बिल्कुल ही क्लोज कर दी ने, कुछ वो लिती ही नहीं है। सिर्फ मैंने एक ही मन च धार लिता कि हुण सिर्फ मैं जो हर महीने मेरी थेरेपी चलती सी ओदी जगह ते मैं दरबार साहब हर महीने स्नान करन जाया करांगी। बस मेरा यही विश्वास बन गया कि दरबार साहब दे हाँ जी महीने दे लास्ट संडे असी दरबार साहब मत्था टेकन जाने और उत्थों असी स्नान करके तां घर आने। मतलब उस पासों दी मैनू इतना अच्छा लगता है ना कि कोई दवाई नहीं, कोई ट्रीटमेंट नहीं, कुछ भी नहीं है। स्टार्ट है मेरा हुण फिलहाल ਉਹਦੇ ਨਾਲ ਹੀ ਮੈਨੂੰ ਬਹੁਤ ਅੱਛਾ ਫੀਲ ਹੁੰਦਾ ਪਿਆ ਜੀ। ਤੇ ਜਦੋਂ ਤੁਸੀਂ ਅਹਿਮਦਾਬਾਦ ਤੋਂ ਜਲੰਧਰ ਆਏ ਹੋ ਤੇ ਜਲੰਧਰ ਆ ਕੇ ਫਿਰ ਤੁਸੀਂ ਆਹ ਕੰਮ ਕਦੋਂ ਤੋਂ ਸ਼ੁਰੂ ਕੀਤਾ ਤੇ ਕਦੋਂ ਤੋਂ ਕਰ ਰਹੇ ਹੋ? ਕਿਹੋ ਜਿਹਾ ਲੋਕਾਂ ਦਾ ਇੱਥੇ ਰਿਸਪੌਂਸ ਮਿਲ ਰਿਹਾ? ਬਹੁਤ ਵਧੀਆ ਰਿਸਪੌਂਸ ਹੈ। ਪਹਿਲਾਂ 2-3 ਮਹੀਨੇ ਤੋਂ ਮੈਂ ਕੁਝ ਨਹੀਂ ਕੀਤਾ, ਥੋੜਾ ਮਤਲਬ ਆਪਣੇ ਭਰਾ ਦੇ ਨਾਲ ਹੀ ਆਪਣਾ ਕੰਮ ਸਟਾਰਟ ਕੀਤਾ। ਉਹਦਾ ਗੋਡਾਊਨ ਵਗੈਰਾ ਦੇਖਣਾ, ਸ਼ੌਪ ਤੇ ਬਹਿਣਾ ਥੋੜੀ ਬਹੁਤ ਦੇਰ, मतलब इस तरीके का काम। क्योंकि उस टाइम तो मेरी बॉडी अजे पूरा सपोर्ट नहीं कर रही सी। जदों दी मैं उत्थों दी आई सी ना और आने तो बाद 2-3 महीने मैनू लगे और मैं चंडीगढ़ PGI च भी गई सी इत्थे ना ट्रीटमेंट वास्ते। लेकिन देखो कि यह भी करिश्मा कुदरत दा कि मैं 3 बार चंडीगढ़ PGI भी जाके आई हाँ, लेकिन एक बार भी डॉक्टर ने यह नहीं आख्या कि तुहानू थेरेपी की लोड़ है। बोले कि अजी तुसी बहुत कमज़ोर हो, अजे तुसी थोड़ी सी दवाइयाँ लो, टॉनिक वगैरह देने तुसी इतने कैपेबल हो जाओगे कि तुहाडे सैल्स पूरे हो जाएंगे, फिर असी तुहानू थेरेपी देवांगे। मतलब मैनू इदां लगता है कि गुरु साहब मैनू दिलाना ही नहीं चाहते सी कि इत्थे आने तो बाद मैनू इदां फील होया कि मेरी बॉडी अपने आप ही सपोर्ट करन लग पई। धीरे धीरे करके ना मैनू लोड़ ही नहीं पई। फिर मैंने सब कुछ छड्ड दिता। बस एक ही अपना आसरा रखा कि बाबा जी दे कोल जाया करांगे, हर महीने स्नान करके आवांगे। बस एक कोटिक आसरा पकड़ के रखा और इतनी कृपा हैगी कुछ कहने दी नहीं जी। मैं इत्थे किन्ने घंटे काम करदे हो? मैं सवेरे 7:30 पौने 8 बजे आ जानी हाँ और राती 8:30 पौने 9 तक रहनी हाँ। 12 ਤੋਂ 14 ਘੰਟੇ ਤੁਸੀਂ ਲਗਾਤਾਰ ਕੰਮ ਕਰਦੇ ਹੋ, ਹੈ ਨਾ? 5:15 5:30 ਤੋਂ ਮੇਰੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਉੱਠ ਕੇ ਨਾ। ਅੱਛਾ ਜੀ। ਔਰ ਘਰ ਜਾ ਕੇ ਵੀ ਥੋੜਾ ਜਿਹਾ ਕੰਮ ਜੋ ਇੱਥੋਂ ਦੀ ਬਰਤਨ ਲੈ ਕੇ ਜਾਂਦੇ ਆ ਉਹ ਸਭ ਸਾਫ਼ ਸੁਫ ਕਰਨੇ, ਉਹ ਸਭ ਮੈਨੂੰ 11 11:30 ਵੱਜ ਜਾਂਦੇ ਨੇ ਘਰ ਜਾਂਦੇ ਜਾਂਦੇ ਵੀ। ਪੂਰਾ ਦਿਨ ਕੰਮ ਕਰਦੇ ਹੋ ਤੁਸੀਂ? ਜੀ ਪੂਰਾ ਦਿਨ ਕਰਦੀ ਹਾਂ। ਤੇ ਕੈਂਸਰ ਨੂੰ ਤੁਸੀਂ ਮਤਲਬ ਕਿ ਹਰਾ ਕੇ ਹੁਣ ਨਵੀਂ ਲਾਈਫ ਦੇ ਵਿੱਚ ਜੀ ਰਹੇ ਹੋ। ਸਰੀਰ ਹਾਲੇ ਵੀ ਕਿਤੇ ਨਾ ਕਿਤੇ ਕਮਜ਼ੋਰ ਹੋਣਾ, ਪ੍ਰੋਬਲਮਸ ਤਾਂ ਨਹੀਂ ਆਉਂਦੀਆਂ? ਪ੍ਰੋਬਲਮਸ ਹੁੰਦੀ ਹੈ ਥੋੜੀ ਬਹੁਤ ਦੇਰ, ਕਈ ਵਾਰ ਬਹੁਤ ਵੀਕਨੈਸ ਲੱਗਦੀ ਹੈਗੀ, ਬਟ ਠੀਕ ਹੈ ਕਿ ਕਿਰਪਾ ਹੈਗੀ ਕਿ ਹੋ ਜਾਂਦਾ ਹੈ ਕੰਮ।
ਕਿਉਂਕਿ ਮਨ ਵਿੱਚ ਇਹ ਧਾਰ ਲਿੱਤਾ ਕਿ ਇਹ ਕੰਮ ਨੂੰ ਮੈਂ ਅੱਗੇ ਵਧਾਉਣਾ ਹੈ ਔਰ ਮੈਂ ਕਿਸੇ ਵੀ ਤਰੀਕੇ ਨਾਲ ਕਰਕੇ ਨਾ ਆਪਣਾ ਕੰਮ ਕ੍ਰੀਏਟ ਕਰਨਾ ਹੈ ਇੱਥੇ। ਅੱਛਾ ਜੀ ਮਤਲਬ ਮੈਂ ਆਪਣੇ ਪੈਰਾਂ ਤੇ ਖੁਦ ਖਲੋਣਾ ਹੈ, ਮੈਨੂੰ ਇਹੀ ਮਨ 'ਚ। ਔਰ ਬਾਬਾ ਜੀ ਫਿਰ ਕਿਰਪਾ ਕਰਦੇ ਹੀ ਪਏ ਨੇ ਨਾ। ਜੀ। ਤੇ ਹਸਬੰਡ ਦੀ ਸਪੋਰਟ ਕਿਹੋ ਜਿਹੀ ਹੈ ਤੁਹਾਡੇ? ਬਹੁਤ ਸਪੋਰਟ ਹੈਗਾ, ਬਹੁਤ ਸਪੋਰਟਿਵ ਹੈਗੇ, ਹਰ ਚੀਜ਼ ਤੇ ਮੇਰੇ ਨਾਲ ਹੈਗੇ ਨੇ। ਜਿੱਦਾਂ ਕੰਮ ਘਰ ਦਾ ਵੀ ਕਰਨਾ ਹੁੰਦਾ ਤਾਂ ਮੇਰੇ ਨਾਲ ਕੰਮ ਕਰਾਉਂਦੇ। ਮੇਰੀ ਬਿਟਿਆ ਵੀ ਬਹੁਤ ਕਰਾਉਂਦੀ ਹੈ, ਮੇਰੀ ਬੇਟੀ ਵੀ ਪੂਰੀ ਹੈਲਪ। ਮੈਂ ਇੱਥੇ ਆ ਜਾਂਦੀ ਹਾਂ, ਪੂਰਾ ਘਰ ਉਹ ਸਾਂਭਦੀ ਹੈ। ਸਭ ਦਾ ਬਹੁਤ ਸਪੋਰਟ ਹੈ। ਮਤਲਬ ਸੋਹਣੀ ਜ਼ਿੰਦਗੀ ਚੱਲ ਜੀ ਜੀ, ਬਹੁਤ ਅੱਛੀ। ਅੱਛਾ ਜੀ। ਤੇ ਕਿੰਨੇ ਕੁ ਲੋਕ ਆਉਂਦੇ ਨੇ ਜਦੋਂ ਬਿਜ਼ਨਸ ਸ਼ੁਰੂ ਕਰਨਾ ਸੀ ਤੁਸੀਂ ਆਹ ਵਾਲਾ, ਇਦਾਂ ਦਿਮਾਗ 'ਚ ਨਹੀਂ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਤਾਂ ਆਲਰੇਡੀ ਕਿੰਨੇ ਹੀ ਲੋਕ ਇਹ ਕੰਮ ਕਰਦੇ, ਪਤਾ ਨਹੀਂ ਮੇਰਾ ਚੱਲੇਗਾ ਕਿ ਨਹੀਂ ਚੱਲੇਗਾ? ਇੱਦਾਂ ਦਾ ਮਨ 'ਚ ਆਇਆ ਸੀ, ਲੇਕਿਨ ਕਿਰਪਾ ਹੈਗੀ ਕਿ ਕਾਫੀ ਅੱਛਾ ਚੱਲਿਆ। ਮੈਨੂੰ ਫਸਟ ਡੇ ਤਾਂ ਹੀ ਕਾਫੀ ਅੱਛਾ ਰਿਸਪੌਂਸ ਮਿਲਿਆ। ਫਸਟ ਡੇ ਤੋਂ ਹੀ ਅਸੀਂ ਜਦੋਂ ਨੇ ਮੂਰਤ ਕੀਤਾ ਸੀ ਉਦੋਂ ਬਾਬਾ ਜੀ ਦਾ ਸਰੂਪ ਲੈ ਕੇ ਆਏ ਸੀ, ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ। ਫਿਰ ਅਬ ਆਪਣੇ ਮਾਰਕੀਟ ਦੇ ਸਭ ਬੰਦਿਆਂ ਨੂੰ ਇਨਵਾਈਟ ਕੀਤਾ ਸੀ, ਜਿਤਨੇ ਆ ਸਕੇ ਉਹਨਾਂ ਨੇ ਆ ਕੇ ਸਪੋਰਟ ਵੀ ਕੀਤਾ। ਬਹੁਤ ਬੰਦਿਆਂ ਦਾ ਕਾਫੀ ਅੱਛਾ ਸਪੋਰਟ ਮਿਲਿਆ ਮੈਨੂੰ। ਤੇ ਮੈਮ ਜਿਵੇਂ ਤੁਸੀਂ ਦੱਸਿਆ ਕਿ ਥੈਰੇਪਿਸਟ ਛੱਡ ਦਿੱਤੀਆਂ ਤਾਂ ਤੁਸੀਂ ਦਰਬਾਰ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਫਸਟ ਟਾਈਮ ਦਰਬਾਰ ਸਾਹਿਬ ਗਏ ਸੀਗੇ ਕੈਂਸਰ ਤੋਂ ਬਾਅਦ, ਤੇ ਦਿਮਾਗ ਦੇ ਵਿੱਚ ਕੁਝ ਚੱਲ ਰਿਹਾ ਸੀ ਜਾਂ ਬਾਬਾ ਜੀ ਤੇ ਸਾਰੀਆਂ ਡੋਰਾਂ ਛੱਡਤੀਆਂ ਸੀ? ਬਿਲਕੁਲ ਸਾਰੇ ਡੋਰ ਬਾਬਾ ਜਿਸ ਦਿਨ ਉਹ ਤੋਂ ਕੈਂਸਰ ਦਾ ਪਤਾ ਹੀ ਲੱਗਿਆ ਸੀ ਨਾ, ਉਹ ਦਿਨ ਹੀ ਮਤਲਬ ਮੈਂ ਜਾ ਕੇ ਘੁਟਨੇ ਟਿਕਾ ਦਿੱਤੇ ਬਾਬਾ ਜੀ ਦੇ ਅੱਗੇ ਔਰ ਇਹ ਬੋਲਿਆ ਕਿ ਇਹ ਤੁਸੀਂ ਕੀ ਕਰ ਦਿੱਤਾ। ਔਰ ਲੇਕਿਨ ਹੁਣ ਜਦ ਕਰ ਹੀ ਦਿੱਤਾ ਹੈ ਤਾਂ ਹੁਣ ਇਹਨੂੰ ਝੇਲਣੇ ਦੀ ਸ਼ਕਤੀ ਦਿਆ ਜਾਏ ਕਿ ਹੁਣ ਮੈਂ ਤੁਹਾਡੇ ਅੱਗੇ ਸਰੈਂਡਰ ਕਰ ਦਿੱਤਾ। ਹੁਣ ਤੁਸੀਂ ਜੋ ਕਰੋਗੇ, ਜਿਵਾਓਗੇ ਕਿ ਮਾਰੋਗੇ, ਤੁਹਾਨੂੰ ਪਤਾ ਹੈ ਹੁਣ। ਬਸ ਉਹ ਤੋਂ ਬਾਅਦ ਫਿਰ ਬਾਬਾ ਜੀ ਨੇ ਬਹੁਤ ਸ਼ਕਤੀ ਦਿੱਤੀ ਮੈਨੂੰ। ਕਿਹੜੇ ਸਾਲ ਦੇ ਵਿੱਚ ਤੁਹਾਨੂੰ ਕੈਂਸਰ ਹੋਇਆ ਸੀ? ਲਾਸਟ ਈਅਰ ਹੀ ਹੋਇਆ। ਅੱਛਾ, ਲਾਸਟ ਈਅਰ ਹੋਇਆ ਜੀ। ਸੀ। ਤੇ ਬੱਚੇ ਤੁਹਾਡੇ ਕਿੱਡੇ ਕਿੱਡੇ ਆ? ਬੱਚੇ ਮੇਰੀ ਇੱਕ 9 ਸਾਲ ਦੀ ਹੈਗੀ, 10 ਸਾਲ ਦੀ, ਔਰ ਦੂਜੀ ਹੈਗੀ ਮੇਰੀ 19 ਇਅਰਸ ਦੀ। ਅੱਛਾ, ਦੋਨੋਂ ਗੁੜੀਆਂ ਵਾ? ਜੀ, ਦੋਨੋਂ ਬੇਟੀਆਂ। ਤੇ ਸੋਚਿਆ ਨਹੀਂ ਸੀਗਾ ਜਦੋਂ ਪਤਾ ਲੱਗਿਆ ਕਿ ਕੈਂਸਰ ਹੈ, ਬੱਚਿਆਂ ਦਾ ਖਿਆਲ ਚੱਲ ਰਿਹਾ ਹੋਗਾ ਕਿ ਮੇਰੇ ਤੋਂ ਬਾਅਦ ਬੱਚਿਆਂ ਨੂੰ ਕੌਣ ਦੇਖੇਗਾ? ਬਹੁਤ ਆਂਦਾ ਸੀ ਮਨ 'ਚ, ਲੇਕਿਨ ਹੈ ਕੋਈ ਵੀ ਸੀਗੇ ਖੁਦ? ਬਹੁਤ ਰੋਈ ਸੀ, ਬਹੁਤ ਰੋਈ ਸੀ ਕਿ ਅਜੇ ਇਹ ਛੋਟੀ ਪੈਂਦੀ ਹੈ, ਛੋਟੇ ਵਾਲੀ, तो ਇਹਦਾ ਕਿਕਨ ਹੋਏਗਾ। ਉਹ ਤਾਂ ਚਲੋ ਵੱਡੀ ਹੋ ਗਈ ਹੈ, 18 ਸਾਲ ਦੀ, 19 ਸਾਲ ਦੀ ਹੋ ਗਈ ਸੀ, ਤਾਂ ਉਹਦੀ ਇਤਨੀ ਟੈਨਸ਼ਨ ਨਹੀਂ ਸੀ ਜਿਤਨੀ ਇਹਦੀ ਸੀ ਕਿ ਇਹ ਛੋਟੀ ਹੈਗੀ, ਇਹਨੂੰ ਕੌਣ ਸਾਂਭੇਗਾ, ਇਹਦਾ ਕਿੱਦਾਂ ਹੋਏਗਾ। ਠੀਕ ਹੈ, ਬਟ ਬਾਬਾ ਜੀ ਨੇ ਬਚਾਇਆ ਔਰ ਨਾਲ ਮੇਰੇ ਪਰਿਵਾਰ ਦਾ ਬਹੁਤ ਸਪੋर्ट ਰਿਹਾ ਮੈਨੂੰ। मेरी सासू माँ, देवर देवरानी बहुत सपोर्टिव है सब। ਫਿਰ ਸਭ ਤੋਂ ਵੱਧ ਸਪੋਰਟ ਕੌਣ ਕਰਦਾ ਸੀ ਜਦੋਂ ਤੁਸੀਂ ਖੁਦ ਡੀਮੋਟੀਵੇਟ ਹੁੰਦੇ ਸੀ, ਖੁਦ ਰੋਂਦੇ ਸੀ ਬੱਚਿਆਂ ਬਾਰੇ ਸੋਚ ਕੇ? ਅੱਖਾਂ ਵੀ ਭਰਦੀਆਂ ਹੋਣੀਆਂ ਕਿ ਮੇਰੇ ਬੱਚਿਆਂ ਨੂੰ ਮੇਰੇ ਤੋਂ ਬਾਅਦ ਕੌਣ ਦੇਖੇਗਾ। ਹੁਣ ਵੀ ਤੁਹਾਡੀਆਂ ਅੱਖਾਂ ਭਰਦੀਆਂ ਪਈਆਂ ਨੇ? हाँ जी, वो तो देखो ਹੁੰਦਾ ਹੀ ਹੈ, ਬੱਚਿਆਂ ਵਾਸਤੇ ਸਭ ਸੋਚਦੇ ਹੀ ਹਾਂ, ਲੇਕਿਨ ਫਿਰ ਐਦਾਂ ਹੈ ਨਾ ਕਿ ਗੁਰੂ ਸਾਹਿਬ ਨੇ ਮੈਨੂੰ ਇੱਕ ਅੰਦਰੋਂ ਹੈ ਨਾ, ਮੈਨੂੰ ਐਦਾਂ ਫੀਲ ਹੁੰਦਾ ਸੀ ਕਿ ਮੈਨੂੰ ਕੁਝ ਵੀ ਨਹੀਂ ਹੋਏਗਾ। ਜਦੋਂ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਵਾਰੀ ਬਾਬਾ ਜੀ ਦੇ ਅੱਗੇ ਇੱਕ ਵਾਰੀ ਖਾਲੀ ਮੈਂ ਰੋਈ ਸੀ ਜਾ ਕੇ ਕਿ ਇਹ ਕੀ ਹੋ ਗਿਆ, ਹੁਣ ਕਿੱਦਾਂ ਅੱਗੇ ਜ਼ਿੰਦਗੀ ਨਿਕਲੇਗੀ ਔਰ ਮੈਂ ਬਚਾਂਗੀ ਵੀ ਕਿ ਨਹੀਂ ਬਚਾਂਗੀ। ਲੇਕਿਨ ਉਹ ਤੋਂ ਬਾਅਦ ਹੈ ਨਾ ਇੱਕ ਅੰਦਰੂਨੀ ਸ਼ਕਤੀ ਨਹੀਂ ਹੁੰਦੀ ਕਿ ਮਤਲਬ ਇੱਦਾਂ ਲੱਗੇ ਕਿ ਇਸ ਚੀਜ਼ ਨੂੰ ਤਾਂ ਮੈਂ ਹਰਾ ਲਵਾਂਗੀ, ਮੈਨੂੰ ਕੁਝ ਵੀ ਨਹੀਂ ਹੋਏਗਾ। ਇੱਕ ਅੰਦਰ ਤੋਂ ਮੈਨੂੰ ਇੱਕ ਸ਼ਕਤੀ ਮਿਲੀ ਕਿ ਭਈ ਮੈਨੂੰ ਕੁਝ ਨਹੀਂ ਹੋਏਗਾ, ਮੇਰੇ ਬੱਚੇ ਬਿਲਕੁਲ ਠੀਕ ਰਹਿਣਗੇ ਔਰ ਮੈਂ ਵੀ ਇਹਨਾਂ ਦੇ ਨਾਲ ਪੂਰਾ ਅੱਛੇ ਸੇ ਰਹਿ ਪਾਵਾਂਗੀ, ਮਤਲਬ ਸਾਰੀ ਜ਼ਿੰਦਗੀ ਇਹਨਾਂ ਦੀ ਕੇਅਰ ਕਰ ਪਾਵਾਂਗੀ। ਮੈਨੂੰ ਅੰਦਰ ਤੋਂ ਇੱਕ ਸ਼ਕਤੀ ਫੀਲ ਹੋਈ ਮੈਨੂੰ ਅੰਦਰ ਤੋਂ। ਜੀ। ਹੁਣ ਰੂਟੀਨ ਚੈੱਕਅਪ ਚੱਲ ਰਿਹਾ ਤੁਹਾਡਾ? हाँ जी, 3 महीने बाद है ना, मतलब एक टेस्ट होता है कैंसर का, बस वही करानी पी। 3 महीना पहला कराया ਸੀ, ਹੁਣ ਜਨਵਰੀ ਵਿੱਚ ਹੋਏਗਾ। ਅੱਛਾ ਜੀ। ਤੇ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਕੈਂਸਰ ਕਦੇ ਸਰੀਰ ਚੋਂ ਮੁੱਕਦਾ ਹੀ ਨਹੀਂ ਹੈ, ਦੁਬਾਰਾ ਹੁੰਦਾ ਰਹਿੰਦਾ। ਇਦਾਂ ਦਾ ਵੀ ਕੋਈ ਡਾਕਟਰ ਨੇ ਤੁਹਾਨੂੰ ਕੁਝ ਕਿਹਾ ਕਿ ਉਹਦੇ ਵਾਸਤੇ ਕੁਝ ਸੇਫਟੀਜ਼ ਵਗੈਰਾ ਕਿਹਾ ਉਹਨਾਂ ਨੇ? ਮੈਂ ਤੁਹਾਨੂੰ ਦੱਸਿਆ ਨਾ ਕਿ ਮੇਰੀ 17 ਸਾਈਕਲ ਐਕਸਟਰਾ ਚੱਲਣੀਆਂ ਸੀ ਸਿਰਫ ਇਹਦੇ ਵਾਸਤੇ ਕਿ ਮੇਰਾ HER2 ਪੋਜ਼ਿਟਿਵ ਸੀ। ਉਹਦਾ ਮਤਲਬ ਇਹ ਹੈ ਕਿ ਮੈਨੂੰ ਦੁਬਾਰਾ ਹੋਣੇ ਦੇ ਚਾਂਸਿਸ ਸੀ, ਮੈਨੂੰ ਇਦਾਂ ਡਾਕਟਰ ਨੇ ਬੋਲਿਆ ਸੀ ਕਿ ਇਹ ਤੁਹਾਨੂੰ ਥੈਰੇਪੀ ਪੂਰੀ ਕਰਨੀ ਹੈ, ਲੇਕਿਨ ਮੈਂ ਉਹ 10 ਥੈਰੇਪੀ ਕਰਾ ਕੇ ਇਸ ਵਿੱਚੇ ਛੱਡ ਦਿੱਤੀ ਕਿਉਂਕਿ ਮੈਨੂੰ ਇਦਾਂ ਲੱਗਦਾ ਹੈ। ਛੱਡਣ ਦਾ ਕੀ ਕਾਰਨ ਸੀ? ਟੁੱਟ ਚੁੱਕੇ ਸੀ ਜਾਂ ਖੁਦ ਤੇ ਮਤਲਬ ਕਿ ਫੀਲ ਹੋ ਰਿਹਾ ਸੀ? ਥੈਰੇਪੀ ਲੈਣ ਤੋਂ ਬਾਅਦ ਨਾ ਕੀ ਹੁੰਦਾ ਸੀ ਕਿ ਪੂਰਾ ਦਿਨ ਬੇਕਾਰ ਜਾਂਦਾ ਸੀ, ਉੱਠਣ ਨਹੀਂ ਹੁੰਦਾ, ਮਤਲਬ ਵੀਕਨੈਸ ਬਹੁਤ ਲੱਗਦੀ ਹੈ। ਤਾਂ ਮੈਂ ਸੋਚਿਆ ਕਿ ਬਾਬਾ ਜੀ ਨੇ ਮੌਤ ਦੇਣੀ ਹੈ ਉਸ ਵੇਲੇ ਤੋਂ ਲਿਖੀ ਹੋਈ ਹੈ ਮੇਰੀ। ਤਾਂ ਫਿਰ ਹੁਣ ਜਦ ਮੈਂ ਕਲਾਈਮੇਟ ਵੀ ਚੇਂਜ ਕਰ ਦਿੱਤਾ, ਪਹਿਲਾਂ ਫੋਰਸਫੁਲੀ ਸਭ ਮੈਨੂੰ ਘਰ ਦੇ ਬੋਲਦੇ ਸੀ परिवार वाले कि नहीं ਤੁਹਾਨੂੰ ਇਹ ਥੈਰੇਪੀਜ਼ ਪੂਰੀ ਹੀ ਕਰਨੀ ਹੈ, ਜਦਕਿ ਮੈਂ ਮਨਾ ਕਰਦੀ ਸੀ। ਬਟ ਫਿਰ ਵੀ ਇਹਨਾਂ ਲੋਕ ਮੈਨੂੰ, ਮੇਰੇ ਹਸਬੈਂਡ ਨੇ, ਮੇਰੀ ਸਾਸੂ ਮਾਂ ਨੇ, ਦੇਵਰ ਦੇਵਰਾਨੀ ਹੈਗੇ, ਸਭ ਪਰਿਵਾਰ ਦੇ ਇਹੀ ਬੋਲਦੇ ਸੀ ਕਿ ਇਹ ਕੰਪਲੀਟ ਕਰ ਲਓ ਕੋਰਸ, ਇਹ ਛੱਡਿਆ ਜੇ ਨਾ ਵਿੱਚੇ। ਲੇਕਿਨ ਇੱਥੇ ਆने ਤੋਂ ਬਾਅਦ ਫਿਰ ਮੈਂ ਆਪਣੇ ਆਪ ਹੀ ਇਹ ਡਿਸੀਜ਼ਨ ਲੈ ਲਿੱਤਾ ਕਿ ਮੈਂ ਹੁਣ ਇਹ ਨਹੀਂ ਕਰਨਾ ਔਰ ਇਹਨਾਂ ਸਭ ਨੂੰ ਸਮਝਾਇਆ ਅੱਛੇ ਸੇ ਪਿਆਰ ਨਾਲ ਬੈਠ ਕੇ ਨਾ ਕਿ ਮੈਂ ਹੁਣ ਕੈਪੇਬਲ ਨਹੀਂ ਹੂੰ ਕਿ ਮੈਂ ਇतना सब सहन कर सकूँ। ਮੈਨੂੰ ਬਿਲਕੁਲ ਹੁਣ ਫ੍ਰੀ ਮਾइंड जीना, जितनी ज़िंदगी बाबा जी ने लिखी है उतनी मेरी लिखी हुई है, तो कोई टेंशन लेने की लोड़ नहीं है, जितना मेरा होएगा हो जाएगा। ਹੁਣ मैं ਇੱਥੇ ਹੀ ਛੱਡ ਦੇਣਾ। ਤੇ ਘਰਦਿਆਂ ਨੇ ਫੋਰਸ ਨਹੀਂ ਕੀਤਾ ਕਿ ਨਹੀਂ ਤੂੰ ਕਰਵਾ ਥੈਰੇਪੀ? बहुत फोर्स किया लेकिन मैं मन्नी नहीं है। ਜਿੱਦੀ ਹੋ ਮਤਲਬ? जिद की मैं नहीं मन्नी मैं। ਅੱਛਾ ਜੀ।
ਤੇ ਜਦੋਂ ਤੋਂ ਤੁਸੀਂ ਦਰਬਾਰ ਸਾਹਿਬ ਜਾਣਾ ਸ਼ੁਰੂ ਕੀਤਾ, ਉੱਥੇ ਜਾ ਕੇ ਤੁਸੀਂ ਇਸ਼ਨਾਨ ਕਰਦੇ ਹੋ, ਤੇ ਹੁਣ ਤੁਹਾਡੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਆ ਚੁੱਕਿਆ? ਬਹੁਤ ਸੁਧਾਰ ਹੈਗਾ। ਹੁਣ ਮੈਨੂੰ ਇਦਾਂ ਲੱਗਦਾ ਹੀ ਨਹੀਂ ਕਿ ਮੈਨੂੰ ਕੈਂਸਰ ਸੀ, ਮੈਨੂੰ ਇਦਾਂ ਦੀ ਫੀਲਿੰਗ ਹੀ ਨਹੀਂ ਆਉਂਦੀ ਹੈ। ਬਲਕਿ ਜੋ ਮੈਨੂੰ ਬਾਡੀ ਦਾ ਪਾਰਟ ਹੈਵੀ ਲੱਗਦੇ ਸੀ ਆਪਰੇਸ਼ਨ ਤੋਂ ਬਾਅਦ ਲੱਗਦਾ ਹੈ ਨਾ, ਉਹ ਵੀ ਹੁਣ ਸਭ ਨਾਰਮਲ ਹੋ ਗਏ ਨੇ। ਹੁਣ ਮੈਨੂੰ ਇਦਾਂ ਕੋਈ ਪ੍ਰੋਬਲਮ ਨਹੀਂ। ਹਾਂ, ਵੀਕਨੈਸ ਅਜੇ ਥੋੜੀ ਲੱਗਦੀ ਹੈ ਕਿਉਂਕਿ ਇਤਨੇ ਘੰਟੇ ਮੈਂ ਕੰਮ ਕਰਨੀ ਆ, ਤਾਂ ਵੀਕਨੈਸ ਲੱਗਦੀ ਹੈਗੀ ਹੈ। ਬਟ ਠੀਕ ਹੈ, ਨਾਰਮਲ ਪਰਸਨ ਨੂੰ ਵੀ ਲੱਗਦਾ। ਬਟ ਠੀਕ ਹੈ ਕਿ ਕਿਰਪਾ ਹੈ ਉਹਨਾਂ ਦੀ ਕਿ ਮੈਨੂੰ ਸ਼ਕਤੀ ਦਿੰਦੇ ਨੇ ਔਰ ਮੈਂ ਕੰਮ ਕਰ ਪਾਉਂਦੀ ਹਾਂ। ਤੁਹਾਡੀ ਚੰਗੀ ਸਿਹਤ ਦੇ ਲਈ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਤੰਦਰੁਸਤੀ ਬਖਸ਼ਣ। ਸੋ ਅੰਤ ਦੇ ਵਿੱਚ ਕੀ ਸੁਨੇਹਾ ਦੋਗੇ ਸਾਡੇ ਪਿਆਰੇ ਜਿਹੇ ਦਰਸ਼ਕਾਂ ਦੀ? ਬਸ ਇਹੀ ਸੁਨੇਹਾ ਹੈਗਾ ਕਿ ਲਾਈਫ ਮਤਲਬ ਸਟਰਗਲ ਵਾਸਤੇ ਹੀ ਹੈਗੀ ਹੈ। ਔਰ ਅਗਰ ਬਾਈ ਚਾਂਸ ਤੁਹਾਨੂੰ ਲੱਗਦਾ ਹੈ ਕਿ ਅੱਜ ਤੁਹਾਡੇ ਉੱਤੇ ਕੋਈ ਪ੍ਰੋਬਲਮ ਆਈ ਹੈ, ਤਾਂ ਉਹਦੇ ਤੋਂ ਸਾਹਮਣਾ ਕਰਨਾ ਜ਼ਿਆਦਾ ਅੱਛਾ ਹੈ। ਉਹਦਾ ਫੇਸ ਕਰੀਏ, ਅਸੀਂ ਪ੍ਰੋਬਲਮ ਦਾ ਨਾ ਫੇਸ ਕਰੀਏ। ਇਹ ਨਹੀਂ ਕਿ ਉਹਦੇ ਤੋਂ ਹਾਰ ਕੇ ਬੰਦਾ ਟੁੱਟ ਜਾਵੇ, ਇੱਦਾਂ ਦਾ ਨਹੀਂ ਕਰਨਾ। ਆਪਣਾ ਮਨ ਮਜ਼ਬੂਤ ਰੱਖਣਾ ਹੈ, ਵਿਲ ਪਾਵਰ ਆਪਣੀ ਅੱਛੀ ਰੱਖਣੀ ਹੈ, ਤਾਂ ਕਿ ਅਸੀਂ ਉਸ ਚੀਜ਼ ਨੂੰ ਹਰਾ ਸਕੀਏ। ਮੈਂ ਇੱਕ ਚੀਜ਼ ਦੇਖ ਰਿਹਾ ਸੀ, ਪਿੱਛੇ ਚੀਜ਼ਾਂ ਵੀ ਦੇਖ ਰਹੀਆਂ ਵੱਖੋ ਵੱਖਰੀਆਂ। ਇਹ ਮੈਮ ਕੀ ਹੈ? ਦਾਬੇਲੀ। ਦਾਬੇਲੀ ਗੁਜਰਾਤ ਦੀ ਸਪੈਸ਼ਲ ਡਿਸ਼ ਹੈਗੀ ਹੈ। ਮੈਂ ਉੱਥੇ ਵੀ ਪਹਿਲਾਂ ਮਿਊਜ਼ਿਕ ਟੀਚਰ ਦਾ ਕਰਦੀ ਸੀ, ਨਾਲ ਮੈਂ ਇਹ ਵੀ ਕੰਮ ਕਰਦੀ ਸੀ। ਅੱਛਾ ਜੀ, ਇਹ ਕਿੱਦਾਂ ਬਣਦੀ ਹੈ ਜਾਂ ਕੀ ਪੰਜਾਬੀ ਮੈਨੂੰ ਲੱਗਦਾ ਬਹੁਤ ਇੰਟਰਸਟਿਡ ਹੋਣੇ ਇਹਨੂੰ ਜਾਣਨ ਬਾਰੇ ਕਿ ਇਹ ਦਵੇਲੀ ਹੁੰਦੀ ਕੀ ਬਲਾਵਾ ਭਲਾ? ਦਾਬੇਲੀ ਹੈ ਨਾ, ਪਾਓ ਹੁੰਦਾ, ਜਿੱਦਾਂ ਪਾਓ ਭਾਜੀ ਦਾ ਪਾਓ ਹੁੰਦਾ ਹੈ, ਉਹਦੇ ਅੰਦਰ 2 ਟਾਈਪ ਦੀ ਚਟਨੀ ਲੱਗਦੀ ਹੈ, ਖੱਟੀ ਮਿੱਠੀ ਇਮਲੀ ਦੀ ਔਰ ਇੱਕ ਪਾਸੇ ਲਸਣ ਦੀ ਚਟਨੀ ਲੱਗਦੀ ਹੈਗੀ। ਫਿਰ ਉਹਦੇ ਅੰਦਰ ਆਲੂ ਦਾ ਮਸਾਲਾ, ਅਨਾਰ, ਪਿਆਜ਼ ਔਰ ਮੂੰਗਫਲੀ ਦੇ ਦਾਣੇ ਇਹ ਸਭ ਭਰ ਕੇ ਨਾ ਇਹ ਬਣਾਈ ਜਾਂਦੀ ਹੈਗੀ। ਬਹੁਤ ਟੇਸਟੀ ਲੱਗਦੀ ਹੈ। ਇਹ ਗੁਜਰਾਤ ਦੀ ਸਪੈਸ਼ਲ ਡਿਸ਼ ਹੈਗੀ ਹੈ। ਅੱਛਾ ਜੀ। ਤੇ ਮੈਨੂੰ ਜਿਹੜੀ ਤੁਸੀਂ ਪ੍ਰਾਈਸਿਸ ਮੈਂ ਦੇਖ ਰਹੀ ਹਾਂ ਇਹ ਵੀ ਬਹੁਤ ਮਤਲਬ ਕਿ ਲੱਗ ਰਿਹਾ ਕਿ ਬਹੁਤ ਨਾਰਮਲ ਹੈ, ਕਿ ਆਮ ਬੰਦਾ ਲੈ ਸਕਦਾ ਇਹਨਾਂ ਵਿੱਚ। ਜੀ, ਇਸ ਮਾਰਕੀਟ ਦੇ ਹਿਸਾਬ ਨਾਲ ਹੀ ਅਸੀਂ ਇਹ ਪ੍ਰਾਈਸ ਰੱਖੇ ਨੇ, ਤਾਂ ਕਿ ਲੋਕਾਂ ਨੂੰ ਇੱਕ ਤਾਂ ਚੀਜ਼ ਤਾਂ ਅੱਛੀ ਮਿਲੇ ਹੀ ਮਿਲੇ, ਲੇਕਿਨ ਕੋਈ ਇਹ ਵੀ ਨਾ ਸੋਚੇ ਕਿ ਅਸੀਂ ਖਾ ਨਹੀਂ ਸਕਦੇ, ਅਫੋਰਡ ਨਹੀਂ ਕਰ ਸਕਦੇ। ਐਦਾਂ ਦਾ ਨਹੀਂ ਰੱਖਿਆ ਅਸੀਂ। ਦਰਸ਼ਕਾਂ ਨੂੰ ਦੱਸ ਦਈਏ ਕਿ ਮੈਂ ਪਰਸਨਲੀ ਇੱਥੇ ਖੁਦ ਚਾਹ ਪੀ ਕੇ ਦੇਖੀ, ਚਾਹ ਬਹੁਤ ਜ਼ਿਆਦਾ ਇਹਨਾਂ ਦੀ ਟੇਸਟੀ ਹੈ। ਤੇ ਰਾਜਮਾ ਚਾਵਲ, ਕੌਫੀ ਵਗੈਰਾ ਸਾਰਾ ਕੁਝ ਖੁਦ ਤਿਆਰ ਕਰ? ਜੀ, अब मैं आप ही ਤਿਆਰ ਕਰਨੀ ਆ। ਸਵੇਰੇ ਉੱਠ ਕੇ ਜਲਦੀ ਇਹ ਸਭ ਤਿਆਰ ਕਰਕੇ ਇੱਥੇ ਲੈ ਕੇ ਆਉਂਦੀ ਹਾਂ। ਫਿਰ ਚਾਵਲ ਵਗੈਰਾ ਅਸੀਂ ਇੱਥੇ ਹੀ ਬਣਾਈ ਦੇ ਹੁੰਦੇ ਨੇ। ਚਾਹ ਕੌਫੀ ਇੱਥੇ ਬਣਾਈ ਦੇ। ਸੈਂਡਵਿਚ ਔਰ ਦਾਬੇਲੀ ਇਹ ਸਭ ਦਾ ਮਸਾਲਾ ਖਾਲੀ ਪੀਸ ਕੇ ਲਿਆਉਂਦੀ ਹਾਂ, ਬਾਕੀ ਹੱਥੋਂ ਹੱਥ ਫਰੈਸ਼ ਹੀ ਤਿਆਰ ਕਰੀਦਾ ਹੁੰਦਾ ਹੈ। ਅੱਛਾ ਜੀ, ਸਾਫ ਸਫਾਈ ਦਾ ਖਾਸ ਧਿਆਨ ਰੱਖ ਰਹੇ ਹੋ, ਅਸੀਂ ਦੇਖਿਆ ਪ੍ਰੋਪਰ ਅੰਦਰ ਤੱਕ। ਬਿਲਕੁਲ ਗਲਵਸ ਪਾ ਕੇ ਕੰਮ ਕਰੀਦਾ ਹੈ। ਔਰ ਜਿੱਦਾਂ ਸ਼ਾਮੀ ਤੱਕ ਕੁਝ ਬਚ ਜਾਂਦਾ ਹੈ ਤਾਂ ਮੈਂ ਘਰ ਕਦੀ ਵਾਪਸ ਨਹੀਂ ਲੈ ਕੇ ਜਾਂਦੀ। ਉਹ ਇੱਦਾਂ ਕੀ ਕਰਦੇ? ਆਂਢ ਗੁਆਂਢ 'ਚ ਵੰਡ ਦਿੰਦੇ ਹਾਂ। ਅੱਛਾ, ਫ੍ਰੀ ਕਾਸਟ? ਜੀ, फ्री ऑफ कॉस्ट। क्योंकि अन्न हैगा तो अन्न जितने लोग खाएंगे उतना ज़्यादा अच्छा हैगा ना। वेस्ट करने नाल तो कोई फायदा हैगा ही नहीं। जो भी खांदा है ਉਹਨੂੰ अच्छा लगता है और ਉਹਨਾਂ ਦੇ ਮੂੰਹ 'ਚ ਟੇਸਟ ਬੈਠੇਗਾ ਤਾਂ ਸ਼ਾਇਦ ਉਹ ਦੁਬਾਰਾ ਪਰਚੇਸ ਕਰਨ ਵੀ ਆਣਗੇ ਫਿਰ। ਤੇ ਮੈਮ ਤੁਹਾਡੇ ਕਹਿ ਸਕਦੇ ਕਿ ਤੁਹਾਡੀ ਹਿੰਮਤ ਤੋਂ ਦੇਖ ਕੇ ਬਹੁਤ ਸਾਰੀਆਂ ਔਰਤਾਂ ਤੁਹਾਡੇ ਤੋਂ ਇਨਸਪੀਰੇਸ਼ਨ ਹੋਣਗੀਆਂ, ਤੁਹਾਡੇ ਤੋਂ ਮੋਟੀਵੇਟ ਹੋਣਗੀਆਂ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੁਝ ਕਰੀਏ। ਜੀ ਬਿਲकुल, ਔਰ ਹੋਣਾ ਵੀ ਚਾਹੀਦਾ ਹੈ ਨਾ। ਜੀ, ਸਭ ਦੇ ਉੱਤੇ ਮੈਂ ਤਾਂ ਆਖਣੀ ਬਾਬਾ ਜੀ ਦੀ ਕਿਰਪਾ ਹੋਈ ਔਰ ਇੱਦਾਂ ਮਨ ਤੋਂ ਵਿਲ ਪਾਵਰ ਅਸੀਂ ਰੱਖੀਏ ਤਾਂ ਸਭ ਕੋਈ ਨਾ ਕੋਈ ਸਭ ਕੁਝ ਕਰ ਹੀ ਸਕਨੇ ਹਾਂ ਅਸੀਂ। ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਰਣਜੀਤ ਕੌਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ। ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਸਭ ਨੂੰ ਹੀ ਮੋਟੀਵੇਟ ਕਰਨ ਵਾਲੀ ਹੈ। ਬਹੁਤ ਸਾਰੀਆਂ ਔਰਤਾਂ ਇਹਨਾਂ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਮੈਨੂੰ ਲੱਗਦਾ ਜ਼ਰੂਰ ਕਰਨਗੀਆਂ ਕਿ ਕਿਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਕੈਂਸਰ ਹੋਇਆ ਸੀ। ਕੈਂਸਰ ਨੂੰ ਹਰਾਉਂਦੇ ਹੋਏ ਇਹਨਾਂ ਦੇ ਵੱਲੋਂ ਹੁਣ ਖੁਦ ਦਾ ਬਿਜ਼ਨਸ ਸ਼ੁਰੂ ਕੀਤਾ ਗਿਆ ਹੈ। ਸੋ ਅਸੀਂ ਵੀ ਇਹਨਾਂ ਦੇ ਹੌਸਲੇ ਨੂੰ ਸਲਾਮ ਕਰਦੇ ਹਾਂ ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ। ਇਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਬਾਬਤ ਤੁਹਾਡੀ ਜੋ ਵੀ ਰਾਏ ਹੈ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ। ਤਦ ਤੱਕ ਦੇ ਲਈ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ।